ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਕਹਾਉ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਉ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ, ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਪਰਮ ਸਨਮਾਨ ਸਤਿਕਾਰਯੋਗ ਚਵਰ ਛਤਰ ਤਖਤ ਸਿੰਘਾਸਨਾਂ ਤੇ ਸੁਭਾਇਮਾਨ ਸ਼ਬਦ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਸਰੂਪ ਸਤਸੰਗੀ ਜਨੋ, ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ। ਪਾਵਨ ਹਜ਼ੂਰੀ ਵਿੱਚ ਬੈਠ ਕਰਕੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਆਪ ਜੀ ਗੁਰਬਾਣੀ ਦਾ ਬਹੁਤ ਹੀ ਰਸ ਪੀਨਾ ਵੈਰਾਗਮਈ ਕੀਰਤਨ ਸ਼ਰਵਣ ਕਰ ਰਹੇ ਸੋ। ਬੇਸ਼ੱਕ ਅੱਜ 1 ਜਨਵਰੀ ਹੈ, ਬਹੁਤਾਤ ਗੁਰੂ ਘਰਾਂ ਦੇ ਵਿੱਚ ਸੰਗਤਾਂ ਇਸ ਕਰਕੇ ਅੱਜ ਜ਼ਿਆਦਾ ਆ ਰਹੀਆਂ ਨੇ ਕਿ ਅੱਜ ਨਵਾਂ ਸਾਲ ਹੈ। ਪਰ ਬਹੁਤਾਤ ਮੈਂ ਸ਼ਬਦ ਵਰਤਿਆ, ਮੈਂ ਇਸ ਪਾਵਨ ਸਥਾਨ ਦੀ ਗੱਲ ਨਹੀਂ ਕੀਤੀ, ਕਿਉਂਕਿ ਇੱਥੇ ਜਿਹੜੀਆਂ ਰੰਗ ਰਤੜੀਆਂ ਰੂਹਾਂ ਆਈਆਂ ਨੇ ਉਹ ਨਵੇਂ ਸਾਲ ਨੂੰ ਲੈ ਕੇ ਨਹੀਂ ਆਈਆਂ। ਉਹ ਕੌਮ ਦੇ ਮਹਾਨ ਜਥੇਦਾਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ, ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਨ ਵਾਸਤੇ ਸਾਰੇ ਪਹੁੰਚੇ ਹਨ। ਦੂਸਰੀ ਬੇਨਤੀ, ਸਾਡੀ ਕੌਮ ਦੇ ਵਿੱਚ, ਸਾਡੇ ਪੰਥ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਬਖਾੜਾ ਪਿਆ ਹੋਇਆ ਹੈ, ਉਹ ਪਾਵਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਹੈ। ਉਥੇ ਕਈ ਵਾਰ ਅਸੀਂ ਆਪ ਵੀ ਗਲਤੀਆਂ ਕਰ ਜਾਂਦੇ ਹਾਂ, ਫਿਰ ਅਸੀਂ ਦੂਜਿਆਂ ਨੂੰ ਪਿੱਟਦੇ ਹਾਂ ਜੀ ਇਹ ਏਦਾਂ ਹੋਣਾ ਚਾਹੀਦਾ। ਬਹੁਤਾਤ ਕਮੇਟੀਆਂ ਜਿਹੜੀਆਂ ਕਿ ਪੁਰਾਤਨ ਰਵਾਇਤ ਅਨੁਸਾਰ ਚੱਲੇ ਆ ਰਹੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਆਦਿ ਜਿਹੜੇ, ਉਹਨਾਂ ਦੀ ਗੱਲ ਕਰਦੇ ਨੇ ਜੀ ਅਸੀਂ ਇਸ ਤਰ੍ਹਾਂ ਮਨਾਈਏ। ਜੇ ਮਹਾਰਾਜ ਜੀ ਦਾ ਪੋਹ ਸੁਦੀ 7ਵੀਂ ਨੂੰ ਪ੍ਰਕਾਸ਼ ਹੋਇਆ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ, ਉਹ ਵੀ ਅੱਜ ਦੇ ਦਿਨ ਨੂੰ ਆਪਣਾ ਨਵਾਂ ਸਾਲ ਮੰਨ ਰਹੇ ਨੇ। ਠੀਕ ਹੈ ਕਿ ਦੁਨੀਆ ਦੇ ਵਿੱਚ ਇਸ ਕੈਲੰਡਰ ਦੀ ਭਰਮਾਰ ਇੰਨੀ ਜ਼ਿਆਦਾ ਹੋ ਚੁੱਕੀ ਹੈ, ਸਾਨੂੰ ਵੀ ਆਪਣੇ ਬੱਚਿਆਂ ਦੇ ਜਿਹੜੇ ਜਨਮ ਦਿਨ ਨੇ ਜਾਂ ਹੋਰ ਸਾਰਾ ਕੁਝ ਜਿਹੜਾ ਕਾਰ ਵਿਹਾਰ ਹੈ ਇਹਨਾਂ ਅਨੁਸਾਰ ਕਰਨਾ ਪੈ ਰਿਹਾ। ਸਾਡੀਆਂ ਮਜਬੂਰੀਆਂ ਕਈ ਥਾਂ ਤੇ, ਪਰ ਸਾਡੀਆਂ ਇਹ ਮਜਬੂਰੀਆਂ ਨਹੀਂ ਕਿ ਅਸੀਂ ਗੁਰੂ ਘਰ ਦੇ ਵਿੱਚ ਮਰਿਆਦਾ ਬਣਾ ਦਈਏ ਕਿ ਨਵਾਂ ਸਾਲ ਜਿਹੜਾ ਉਹ 1 ਜਨਵਰੀ ਨੂੰ ਸ਼ੁਰੂ ਹੋ ਰਿਹਾ। ਗੁਰਬਾਣੀ ਅਨੁਸਾਰ ਸਾਡਾ ਨਵਾਂ ਸਾਲ ਜਿਹੜਾ ਚੇਤ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਚੇਤ ਗੋਬਿੰਦ ਅਰਾਧਿਆ
ਹੋਵੇ ਆਨੰਦ ਘਣਾ। ਚੇਤ ਮਹੀਨੇ ਤੋਂ ਸ਼ੁਰੂਆਤ ਹੁੰਦੀ ਹੈ। ਤੇ ਜੇ ਅਸੀਂ ਹੀ ਗੁਰੂ ਘਰਾਂ ਦੇ ਵਿੱਚ ਜਿੱਥੋਂ ਅਸੀਂ ਇਹ ਭੁਲੇਖੇ ਦੂਰ ਕਰਨੇ ਨੇ, ਤੇ ਅਸੀਂ ਇਹ ਗੱਲ, ਸਾਡੇ ਪ੍ਰਚਾਰਕ ਵੀਰ ਇਹ ਗੱਲ ਕਹਿਣ ਕਿ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਠੀਕ ਹੈ, ਦੁਨੀਆ ਤੇ ਬੜੇ ਕੈਲੰਡਰ ਨੇ। ਇਸਲਾਮ ਧਰਮ ਦਾ ਆਪਣਾ ਕੈਲੰਡਰ ਹੈ ਜੀ, ਯਿਸੂ ਮਸੀਹ ਹੁਣਾਂ ਦਾ ਆਪਣਾ ਕੈਲੰਡਰ ਹੈ। ਪਰ ਜੋ ਸਾਡੀਆਂ ਰਵਾਇਤਾਂ ਚੱਲੀਆਂ ਆ ਰਹੀਆਂ ਨੇ, ਅਸੀਂ ਬਿਕਰਮੀ ਕੈਲੰਡਰ ਦੇ ਅਨੁਸਾਰ ਚੱਲਦੇ ਆ ਰਹੇ ਹਾਂ। ਹੁਣ ਇਹ ਨਹੀਂ ਸਮਝਣਾ ਕਿ ਹਿੰਦੂ ਮਤ ਦਾ ਕੈਲੰਡਰ ਚੱਲਿਆ ਆ ਰਿਹਾ ਹੈ। ਗੁਰਬਾਣੀ ਵਿੱਚ ਆਪਾਂ 12 ਮਾਹ ਦੀ ਬਾਣੀ ਪੜ੍ਹਦੇ ਹਾਂ। ਗੁਰਬਾਣੀ ਵਿੱਚ ਥਿੱਤਾਂ ਦੀ ਗੱਲ ਵੀ ਕੀਤੀ ਗਈ ਹੈ। ਥਿੱਤਾਂ ਦੇ ਦੋਵੇਂ ਪੱਖ ਲਏ ਗਏ ਨੇ। ਨੇਰ ਪੱਖ ਵੀ ਲਿਆ, ਚਾਨਣ ਪੱਖ ਦੀ ਵੀ ਗੱਲ ਕੀਤੀ ਗਈ ਹੈ, 7 ਵਾਰਾਂ ਦੀ ਵੀ ਗੱਲ ਕੀਤੀ ਗਈ ਹੈ। ਤੇ ਫਿਰ ਅਸੀਂ ਕਿਉਂ ਉਸ ਤੋਂ ਮੁਨਕਰ ਹੋਈਏ? ਰਹੋ ਵਿਚਾਰ, ਅੱਜ ਦੀ ਪਾਵਨ ਵਿਚਾਰ ਜੋ ਕਿ ਕੌਮ ਦੇ ਮਹਾਨ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਨੂੰ ਸਮਰਪਿਤ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਝੁਕਾਈਏ ਕਿ ਸਤਿਗੁਰੂ ਜੀਓ, ਇਹਨਾਂ ਮਹਾਨ ਯੋਧਿਆਂ ਬਾਰੇ ਵਿਚਾਰ ਕਰਨੇ। ਕਿਉਂਕਿ ਜਦੋਂ ਭਾਈ ਗੁਰਦੇਵ ਸਿੰਘ ਹੁਣਾਂ ਦੀ ਜੀਵਨੀ ਪੜ੍ਹਦੇ ਹਾਂ, ਜਥੇਦਾਰ ਸਾਹਿਬ ਹੁਣਾਂ ਦੀ, ਹਾਲਾਂਕਿ ਬਹੁਤ ਕੁਝ ਉਹਨਾਂ ਬਾਰੇ ਸਾਨੂੰ ਨਹੀਂ ਪਤਾ ਲੱਗ ਸਕਿਆ। ਇਹ ਸਾਡੀ ਘਾਟ ਵੀ ਹੈ ਜੀ। ਸਿੱਖ ਪੰਥ ਲਈ ਇੱਕ ਸ਼ਬਦ ਇਹ ਵਰਤਿਆ ਜਾਂਦਾ ਹੈ ਕਿ ਇਹ ਇਤਿਹਾਸ ਤਾਂ ਸਿਰਜਦੇ ਨੇ ਪਰ ਇਤਿਹਾਸ ਲਿਖਦੇ ਨਹੀਂ। ਭਾਈ ਸਾਹਿਬ ਹੁਣਾਂ ਦਾ ਜੀਵਨ ਜਿੰਨਾ ਕੁ ਸਾਨੂੰ ਮਿਲਦਾ ਬਹੁਤ ਹੀ ਘੱਟ। ਉਹ ਵੀ ਇੱਕ ਦਰਸ਼ਨ ਸਿੰਘ ਹਠੂਰ ਜਿਹੜੇ ਉਸ ਵੇਲੇ ਦੇ ਮੁੱਖ ਗਵਾਹ ਸਨ, ਪਹਿਲਾਂ ਫੌਜੀ ਰਹੇ, ਫਿਰ ਉਸ ਤੋਂ ਬਾਅਦ ਪੁਲਿਸ ਵਿੱਚ ਭਰਤੀ ਹੋਏ। ਉਹਨਾਂ ਨੇ ਵੀ ਕਰੀਬ ਜਾ ਕੇ 1998 ਦੇ ਕਰੀਬ ਜੋ ਕੁਝ ਵਾਪਰਿਆ ਸੀ ਭਾਈ ਸਾਹਿਬ ਦੀ ਸ਼ਹੀਦੀ ਬਾਰੇ ਉਹ ਸੰਗਤ ਨੂੰ ਸੱਚ ਦੱਸਿਆ। ਨਹੀਂ ਤੇ ਸਾਨੂੰ ਪਤਾ ਹੀ ਨਹੀਂ। ਅਸੀਂ ਹਾਲੇ ਵੀ ਕੋਸ਼ਿਸ਼ ਨਹੀਂ ਕੀਤੀ। ਥੋੜੀ ਬਹੁਤ ਕੋਸ਼ਿਸ਼ ਬਲਜੀਤ ਸਿੰਘ ਕਰ ਰਹੇ ਨੇ, ਬਾਜਾ ਖਾਨਾ ਵਾਲੇ, 1-2 ਸਿੰਘ ਹੋਰ ਨੇ ਜੋ ਸਿੰਘਾਂ ਦੀਆਂ, ਖਾੜਕੂ ਸਿੰਘਾਂ ਦੀਆਂ ਜੀਵਨੀਆਂ ਲਿਖਣ ਦੀ ਕੋਸ਼ਿਸ਼ ਕਰ ਰਹੇ ਨੇ। 1-2 ਕਿਤਾਬਾਂ ਵੀ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ, ਪਰ ਬਹੁਤਾ ਵਿਸਥਾਰ ਨਹੀਂ ਹੋ ਸਕਿਆ। ਪਤਾ ਹੀ ਨਹੀਂ ਕਿਉਂ ਸਾਡਾ ਇਸ ਪਾਸੇ ਵੱਲ ਧਿਆਨ ਨਹੀਂ ਜਾਂਦਾ। ਜਦੋਂ ਜਿੰਨੀ ਕੁ ਇਹਨਾਂ ਦੀ ਭਾਈ ਸਾਹਿਬ ਹੁਣਾਂ ਦੀ ਜੀਵਨੀ ਆਪਾਂ ਪੜ੍ਹਦੇ ਹਾਂ ਜਾਂ ਜੋ ਕੁਝ ਮਿਲਦਾ ਹੈ, ਉੱਥੋਂ ਪੜ੍ਹ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਜੋ ਕੁਝ ਭਾਈ ਤਾਰੂ ਸਿੰਘ ਨਾਲ ਵਾਪਰਿਆ ਸੀ, ਜੋ ਕੁਝ ਭਾਈ ਮਨੀ ਸਿੰਘ ਹੁਣਾਂ ਨਾਲ ਵਾਪਰਿਆ ਸੀ, ਉਹਨਾਂ ਨੇ ਬੰਦ ਕਟਾ ਦਿੱਤਾ। ਭਾਈ ਤਾਰੂ ਸਿੰਘ ਹੁਣਾਂ ਨੇ ਖੋਪਰੀ ਤਾਂ ਲੁਹਾ ਦਿੱਤੀ ਪਰ ਧਰਮ ਤੋਂ ਡੋਲੇ ਨਹੀਂ, ਸੀ ਤੱਕ ਨਹੀਂ ਕਿਹਾ। ਇਸੇ ਤਰ੍ਹਾਂ ਦੀ ਕੁਝ ਲਾਈਫ ਜਥੇਦਾਰ ਭਾਈ ਗੁਰਦੇਵ ਸਿੰਘ ਹੁਣਾਂ ਦੀ ਹੈ। ਆਓ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾ ਕਰਕੇ ਗੁਰੂ ਪਾਤਸ਼ਾਹ ਜੀ ਤੋਂ ਅਸੀਸ ਲਈਏ। ਸਾਰੀ ਸੰਗਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਹੀਦ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਸਭ ਤੋਂ ਪਹਿਲਾਂ ਇਹ ਸ਼ਬਦ ਯਹੂਦੀ ਕੌਮ ਲਈ ਵਰਤਿਆ ਗਿਆ। ਤੇ ਯਹੂਦੀ ਕੌਮ ਲਈ ਜੀ ਇੱਕ ਹੋਰ ਬੜੀ ਪ੍ਰਚਲਿਤ ਕਥਾ ਹੈ ਕਿ ਪੈਗੰਬਰ ਮੂਸਾ ਆਪਣੀ ਕੌਮ ਨੂੰ ਆਜ਼ਾਦ ਕਰਾਉਣ ਲਈ ਕਰੀਬ 40 ਸਾਲ ਜੰਗਲਾਂ ਦੇ ਵਿੱਚ ਭਟਕਦਾ ਰਿਹਾ। ਆਪ ਜੀ ਨੇ ਵੀ ਸੁਣਿਆ ਹੋਵੇਗਾ। ਹੁਣ ਜਿਹੜਾ ਤਾਂ ਆਪਣੀ ਕੌਮ ਨੂੰ ਲੈ ਕੇ ਜੰਗਲਾਂ ਵਿੱਚ 40 ਸਾਲ ਭਟਕਿਆ, ਅੱਜ ਉਹਨਾਂ ਦਾ ਜਿਹੜਾ ਧਰਮ ਹੈ ਕੁੱਲ ਦੁਨੀਆ ਦੇ ਹਰ ਇੱਕ ਕੋਨੇ ਦੇ ਵਿੱਚ ਪਹੁੰਚ ਗਿਆ। ਗੁਰਸਿੱਖੋ ਖਿਆਲ ਕਰਿਓ, ਉਹ ਗੱਲ ਨੂੰ ਵੱਡੀ ਕਰਕੇ ਨਾ ਪੇਸ਼ ਕਰੋ ਕਿ ਉਹ 40 ਸਾਲ ਭਟਕਿਆ। ਸਿੱਖ ਕੌਮ ਕਿੰਨਾ ਭਟਕੀ ਹੈ ਕਿਤੇ ਇਹ ਵੀ ਆਪਾਂ ਦੇਖ ਲਿਆ ਕਰੀਏ। 1704 ਈਸਵੀ ਵਿੱਚ 6 ਪੋਹ ਦੀ ਰਾਤ ਨੂੰ ਕਲਗੀਆਂ ਵਾਲੇ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ। ਤੇ ਉਸ ਤੋਂ ਬਾਅਦ ਫਿਰ ਕਿਹੜਾ ਦਿਨ ਉਹ ਸੁਖਾਵਾਂ ਰਿਹਾ ਹੈ ਕਿ ਜਿਹਦੇ ਵਿੱਚ ਸਿੱਖ ਕੌਮ ਨੇ ਆਰਾਮ ਕੀਤਾ ਹੋਵੇ। ਹਾਲਾਂਕਿ ਕੁਝ ਕੁ ਸਾਲ ਬੰਦਾ ਸਿੰਘ ਬਹਾਦਰ ਵਾਲੇ ਠੀਕ ਟਕਾ ਵਾਲੇ ਰਹੇ, ਜਦੋਂ ਬੰਦਾ ਸਿੰਘ ਬਹਾਦਰ ਨੇ ਆ ਕੇ ਰਾਜ ਕੀਤਾ, ਨਹੀਂ ਤੇ ਕੀ ਕੁਝ ਨਹੀਂ ਵਾਪਰਿਆ ਸਾਡੇ ਨਾਲ। 6 ਪੋਹ ਦੀ ਰਾਤ ਨੂੰ ਕਿਲ੍ਹਾ ਛੱਡਿਆ ਜਾਂਦਾ ਹੈ। 7 ਪੋਹ ਦੀ ਸਵੇਰ ਨੂੰ ਸਰਸਾ ਦੇ ਕਿਨਾਰੇ ਤੇ ਰਹਿਰਾਸ ਸਾਹਿਬ ਵਾਹਿਗੁਰੂ ਆਸਾ ਦੀ ਵਾਰ ਦਾ ਕੀਰਤਨ ਕਰਨ ਤੋਂ ਬਾਅਦ ਨਦੀ ਪਾਰ ਕਰਨ ਦਾ ਹੁਕਮ ਹੁੰਦਾ ਹੈ। ਸਾਰਾ ਪਰਿਵਾਰ ਖੇਰੂ ਹੋ ਜਾਂਦਾ ਹੈ। ਛੋਟੇ ਸਾਹਿਬਜ਼ਾਦੇ ਮਾਤਾ ਜੀ ਇੱਕ ਪਾਸੇ ਨੇ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾ ਜੀ, ਨਾਲ 2
सेवादारनियां बीबो ते भागो ते भाई मनी सिंह जी एक पासे ने, गुरु गोबिंद सिंह ते 40 सिंह, 2 साहिबजादे एक पासे ने। देखो इतिहास ये भी दसदा है, आनंदपुर साहिब तो चलण वेले काफले की कुल गिनती 1400-1500 के करीब सी, पर नदी पार करदियां करदियां जिहड़ी गिनती है 52-53 ही रह जाती है। कुछ पिछे मुगलों नाल मुठभेड़ दे विच शहीद हो जाते हैं, कुछ सरसा नदी की भेट चढ़ जाते हैं। इत्थों अगे देखो फिर की कुछ वापरदा है। बहुत लंबा इतिहास है। 1704 तो लैकर के 1762 तक का समा। 1762 विच वड्डा घल्लूघारा वापरदा है। 5 फरवरी 1762 ਨੂੰ ਕੁੱਪਰ ਹੀੜੇ ਦੇ ਥਾਂ ਤੇ, ਮਲੇਰਕੋਟਲੇ ਦੇ ਬਿਲਕੁਲ ਨੇੜੇ। ਉੱਥੋਂ ਸ਼ੁਰੂ ਹੁੰਦਾ ਹੋਇਆ ਬਰਨਾਲੇ ਦੇ ਕਈ ਪਿੰਡ ਪਾਰ ਕਰਦਾ ਹੋਇਆ ਹਠੂਰ ਦੇ ਕੋਲ ਆ ਕਰਕੇ, ਪਿੰਡ ਗਹਿਲ ਹੈ, ਉੱਥੇ ਆ ਕੇ ਘੱਲੂਘਾਰਾ ਸਮਾਪਤ ਹੁੰਦਾ ਹੈ, ਜਿਸ ਵਿੱਚ 35,000 ਸਿੰਘ ਸਿੰਘਣੀਆਂ ਤੇ ਬੱਚਿਆਂ ਨੂੰ ਜਿਹੜਾ ਹੈ ਸ਼ਹੀਦ ਕਰ ਦਿੱਤਾ ਜਾਂਦਾ ਹੈ। ਜੱਸਾ ਸਿੰਘ ਆਹਲੂਵਾਲੀਆ ਮੁੱਖ ਜਰਨੈਲ ਹੈ, ਉਹਦੇ 22 ਫੱਟ ਵੱਜਦੇ ਨੇ ਇਸ ਵੱਡੇ ਘੱਲੂਘਾਰੇ ਦੇ ਵਿੱਚ। ਤੇ ਇਸ ਘੱਲੂਘਾਰੇ ਤੋਂ ਬਾਅਦ ਅਫਗਾਨ ਇਹ ਗੱਲ ਫੈਲਾਉਂਦਾ ਹੈ ਕਿ ਮੈਂ ਹਿੰਦੁਸਤਾਨ ਦੇ ਵਿੱਚੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ। ਪਹਿਲਾਂ ਤਾਂ ਅਸੀਂ ਇਹ ਗਿਣਤੀ ਕਰੀਏ 1704 ਤੋਂ ਲੈ ਕੇ 62 ਤੱਕ 58 ਸਾਲ ਬਣੇ ਜੀ। ਤੇ ਇਹਨਾਂ 58 ਸਾਲਾਂ ਵਿੱਚੋਂ 5 ਕੁ ਸਾਲ ਬਾਬਾ ਬੰਦਾ ਸਿੰਘ ਬਹਾਦਰ, ਜੋ ਪਹਿਲੇ ਸਾਡੇ ਜਰਨੈਲ, ਪਹਿਲੇ ਬਾਦਸ਼ਾਹ ਹੋਏ ਨੇ ਸਿੱਖ ਕੌਮ ਦੇ, ਜਿਨ੍ਹਾਂ ਨੇ ਰਾਜ ਕੀਤਾ, ਖਾਲਸਾ ਰਾਜ ਕਾਇਮ ਕੀਤਾ, ਉਹ ਕੱਢ ਦਈਏ ਤੇ ਕਰੀਬ 53 ਸਾਲ ਜਿਹੜੀ ਖਾਲਸਾ ਕੌਮ ਹੈ ਉਹ ਜੰਗਲਾਂ ਦੇ ਵਿੱਚ ਭਟਕੀ ਹੈ। ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਇਹਨਾਂ ਦਾ ਜਿਹੜਾ ਰਹਿਣ ਬਸੇਰਾ ਰਿਹਾ। ਅਸੀਂ ਕਿਉਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੇ ਹਾਂ? ਤੇ ਇਹਦੇ ਵਿੱਚ ਹੀ ਮੀਰ ਮਨੂੰ ਦਾ ਜ਼ਿਕਰ ਆਉਂਦਾ ਹੈ, ਜ਼ਕਰੀਆ ਖਾਨ ਦਾ ਉਹ ਸਮਾਂ ਆਉਂਦਾ ਹੈ, ਉਹ ਬੀਬੀਆਂ ਦਾ, ਸਾਡੀਆਂ ਦਾ ਸਿਦਕ ਦਾ, ਪਰਖ ਦਾ ਜਿਹੜਾ ਸਮਾਂ ਆਉਂਦਾ ਹੈ, ਜਦੋਂ ਸਵੇਰ ਤੋਂ ਸ਼ਾਮ ਤੱਕ ਮੀਰ ਮਨੂੰ ਦੀ ਕਚਹਿਰੀ ਦੇ ਵਿੱਚ, ਉਹਦੇ ਜਿੱਥੇ ਕੈਦਖਾਨੇ ਦੇ ਵਿੱਚ ਨੇ, ਚੱਕੀਆਂ ਪੀਂਦੀਆਂ ਨੇ। ਸ਼ਾਮ ਦਾ ਸਮਾਂ ਆਉਂਦਾ ਹੈ ਤੇ ਰਹਿਰਾਸ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਅਰਦਾਸ ਬੇਨਤੀ ਕੀ ਕਰਦੀਆਂ, ਸਤਿਗੁਰੂ ਜੀਓ ਤੁਹਾਡੇ ਭਾਣੇ ਦੇ ਵਿੱਚ ਦਿਨ ਸੁੱਖਾਂ ਨਾਲ ਬਤੀਤ ਹੋਇਆ, ਰਾਤ ਆਈ ਹੈ ਸੁੱਖਾਂ ਨਾਲ ਬਤੀਤ ਕਰਨੀ। ਸਵੇਰ ਆਉਂਦੀ ਹੈ ਤੇ ਸਵੇਰ ਵੇਲੇ ਫਿਰ ਨਿਤਨੇਮ ਕਰਨ ਤੋਂ ਅਰਦਾਸ ਬਾਅਦ ਵਿੱਚ ਫਿਰ ਇਹੋ ਹੁੰਦੀ ਹੈ। ਉਹ ਹੈਰਾਨ ਹੋ ਜਾਂਦਾ ਹੈ ਕਿ ਕਿਹੜਾ ਸੁੱਖ ਹੈ ਇਹਨਾਂ ਨੂੰ ਮਿਲਦਾ। ਖਾਣ ਵਾਸਤੇ 2 ਟੁੱਕ ਨਹੀਂ ਮਿਲਦੇ ਤੇ ਸਵੇਰ ਤੋਂ ਸ਼ਾਮ ਤੱਕ ਇਹਨਾਂ ਤੋਂ ਕੰਮ ਲਿਆ ਜਾਂਦਾ ਹੈ। ਇਹਨਾਂ ਦੇ ਹੱਥਾਂ ਵਿੱਚੋਂ ਬੱਚੇ ਖੋ ਕੇ ਮਾਰੇ ਜਾਂਦੇ ਨੇ, ਨੇਜਿਆਂ ਤੇ ਟੰਗੇ ਜਾਂਦੇ ਨੇ, ਮਾਵਾਂ ਦੇ ਸਾਹਮਣੇ ਬੱਚਿਆਂ ਨੂੰ 2 ਫਾੜ ਕੀਤਾ ਜਾਂਦਾ ਹੈ। ਤੇ ਫਿਰ ਵੀ ਉਸ ਪਰਮਾਤਮਾ ਦੇ ਭਾਣੇ ਵਿੱਚ ਕਹਿੰਦੇ ਕਿ ਸੁੱਖ ਨਾ ਬਤੀਤ ਹੋਇਆ, ਤੇਰੇ ਭਾਣੇ ਵਿੱਚ ਬਤੀਤ ਹੋਇਆ। ਐਡਾ ਵੱਡਾ ਸਿਦਕ ਜਿਹੜਾ ਹੈ, ਐਡਾ ਵੱਡਾ ਇਤਿਹਾਸ ਹੈ ਸਿੱਖ ਕੌਮ ਦਾ, ਪਰ ਅਸੀਂ ਪਤਾ ਨਹੀਂ ਕਿਉਂ ਇਸ ਨੂੰ ਭੁੱਲ ਕੇ ਬਹਿ ਜਾਂਦੇ ਹਾਂ। 1984 ਦੀ ਗੱਲ ਕਰੀਏ, ਕਿਉਂਕਿ ਪਿਛੋਕੜ ਬਹੁਤ ਲੰਬਾ ਹੈ। ਕੋਈ ਵੀ ਇੱਕ ਇਤਿਹਾਸ ਸ਼ੁਰੂ ਹੋਇਆ ਤੇ ਆਪਾਂ ਸਮੇਂ ਦੀਆਂ ਬੰਧਨਾਂ ਦੇ ਵਿੱਚੋਂ ਬਾਹਰ ਨਿਕਲ ਜਾਵਾਂਗੇ। ਆਪਾਂ ਭਾਈ ਸਾਹਿਬ ਬਾਰੇ ਹੀ ਗੱਲ ਕਰਨੀ ਹੈ। 1984 ਵਾਪਰਦਾ ਕਿਉਂ ਹੈ? 1978 ਦੇ ਵਿੱਚ ਇੱਕ ਨਿਰੰਕਾਰੀ ਕਾਂਡ ਹੁੰਦਾ ਹੈ, ਜਿਸ ਵਿੱਚ 13 ਸਿੰਘ ਸ਼ਹੀਦ ਹੁੰਦੇ ਨੇ। ਜੇ ਉਸ ਵੇਲੇ ਦੀ ਮੌਕੇ ਦੀ ਸਰਕਾਰ ਚਾਹੁੰਦੀ ਤੇ ਉਹ ਟਲ ਸਕਦਾ ਸੀ, ਕਿਉਂਕਿ ਸਿੰਘਾਂ ਨੇ ਸਰਕਾਰ ਨੂੰ ਕਿਹਾ ਸੀ ਕਿ ਅਸੀਂ ਨਿਰੰਕਾਰੀਆਂ ਦਾ ਜਿਹੜਾ ਇਹ ਪਖੰਡ ਕਰ ਰਹੇ ਨੇ, ਇਹ ਪੰਜਾਬ ਦੇ ਵਿੱਚ ਖਾਸ ਕਰ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨਹੀਂ ਹੋਣ ਦੇਣਾ। ਪਰ ਸਰਕਾਰ ਹਮੇਸ਼ਾ ਹੀ ਸਿੱਖਾਂ ਦੇ ਖਿਲਾਫ ਰਹੀ ਤੇ ਉਹ ਕਾਰਜ ਸਿੰਘਾਂ ਦੇ ਰੋਕਣ ਤੇ ਕਹਿਣ ਦੇ ਬਾਵਜੂਦ ਵੀ ਹੋਇਆ, ਜਿਸ ਵਿੱਚ ਸਿੰਘ ਜਦੋਂ ਰੋਕਣ ਵਾਸਤੇ ਅੱਗੇ ਗਏ, ਸਿੰਘਾਂ ਤੇ ਗੋਲੀ ਚੱਲੀ, 13 ਸਿੰਘ ਸ਼ਹੀਦ ਹੋਏ। ਉੱਥੋਂ ਹੀ ਫਿਰ ਇਹਦਾ ਜਿਹੜਾ ਪਿੜ ਬੰਨਣਾ ਸ਼ੁਰੂ ਹੋਇਆ। ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆਉਂਦੀ ਹੈ। ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਬੇੜਾ ਆਪਣੇ ਸਿਰ ਲਿਆ ਪੰਜਾਬ ਦੇ ਸੁਧਾਰ ਲਈ, ਪੰਜਾਬ ਦੇ ਪਾਣੀਆਂ ਦੀ 1 ਨੰਬਰ ਦੇ ਸ਼ਹਿਰੀ ਹੋਣ ਦਾ ਆਦਿ ਕਈ ਮਤੇ ਪਾਏ ਗਏ। ਪਰ ਵਾਪਰਿਆ ਕੀ ਸਾਡੇ ਸਾਹਮਣੇ ਹੈ। 1984 ਦੇ ਵਿੱਚ ਦਿੱਲੀ ਦੀ ਹਕੂਮਤ ਨੇ ਸ਼੍ਰੀ ਹਰਮੰਦਰ ਸਾਹਿਬ ਦੇ ਉੱਪਰ, ਪਾਵਨ ਦਰਬਾਰ ਦੇ ਉੱਪਰ ਤੋਪਾਂ ਤੇ ਟੈਂਕਾਂ ਦੇ ਨਾਲ ਹਮਲਾ ਕਰ ਦਿੱਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਤੇ ਬੜੀਆਂ ਸਿੱਖ ਸੰਗਤਾਂ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਸਨ, ਪਰ ਉਹਨਾਂ ਨੂੰ ਕੀ ਮਿਲਿਆ? ਉਹ ਬੇਕਸੂਰਿਆਂ ਨੂੰ ਵੀ ਇਹਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਹੁਣ 1984 ਵਾਪਰ ਜਾਂਦੀ ਹੈ
ਸ਼੍ਰੀ ਅਕਾਲ ਤਖਤ ਸਾਹਿਬ ਢਾਇਆ ਗਿਆ ਹੈ। ਦਿੱਲੀ ਦੀ ਸੰਸਦ ਦੇ ਵਿੱਚ ਇੰਦਰਾ ਗਾਂਧੀ ਇੱਕ ਬਿਆਨ ਦੇ ਰਹੀ ਹੈ ਕਿ ਬਲੂ ਸਟਾਰ ਜਿਹੜਾ ਹੈ ਫੌਜ ਨੇ ਕਰ ਦਿੱਤਾ ਹੈ, ਕਾਰਵਾਈ ਸਫਲ ਹੋ ਚੁੱਕੀ ਹੈ, ਪਰ ਇੱਕ ਬੜਾ ਵੱਡਾ ਅੜਿੱਕਾ ਬਣਿਆ ਹੋਇਆ ਹੈ ਕਿ ਅਕਾਲੀ ਹੁਣ ਅਕਾਲ ਤਖਤ ਦੀ ਉਸਾਰੀ ਨਹੀਂ ਕਰਨ ਦੇ ਰਹੇ। ਕਿਉਂਕਿ ਜਿਹੜਾ ਵੀ ਸਿੰਘ ਜਾਂਦਾ ਹੈ, ਜਦੋਂ ਕੁਝ ਮਾਹੌਲ ਠੀਕ ਹੋਇਆ, ਅਕਾਲ ਤਖਤ ਸਾਹਿਬ ਢੱਠਿਆ ਦੇਖਦਾ ਹੈ ਤੇ ਉਹਦਾ ਹਿਰਦਾ ਵਲੂੰਧਰਿਆ ਜਾਂਦਾ ਹੈ। ਜਿਹੜਾ ਰੋਹ ਹੈ ਸਿੱਖ ਸੰਗਤਾਂ ਦੇ ਵਿੱਚ, ਨੌਜਵਾਨਾਂ ਦੇ ਵਿੱਚ ਹੋਰ ਵੱਧ ਰਿਹਾ ਹੈ ਭਾਰਤੀ ਹਕੂਮਤ ਦੇ ਖਿਲਾਫ। ਸਰਕਾਰ ਚਾਹੁੰਦੀ ਹੈ ਕਿ ਛੇਤੀ ਤੋਂ ਛੇਤੀ ਢੱਠਿਆ ਹੋਇਆ ਅਕਾਲ ਤਖਤ ਸਾਹਿਬ ਜਿਹੜਾ ਉਹ ਉਸਾਰ ਦਿੱਤਾ ਜਾਵੇ, ਪਰ ਉਸ ਵੇਲੇ ਸਿੰਘਾਂ ਨੇ ਫੈਸਲਾ ਕੀਤਾ ਕਿ ਨਹੀਂ, ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਨੂੰ ਇਹਨਾਂ ਫੌਜਾਂ ਨੇ ਤੋਪਾਂ ਦੇ ਗੋਲਿਆਂ ਦੇ ਨਾਲ ਢਾਇਆ ਹੈ, ਇਹਨੂੰ ਨਿਸ਼ਾਨੀ ਵਜੋਂ ਇਸੇ ਤਰ੍ਹਾਂ ਰੱਖਿਆ ਜਾਵੇਗਾ। ਪਰ ਸਰਕਾਰ ਇਹ ਨਹੀਂ ਸੀ ਚਾਹੁੰਦੀ। ਹੁਣ ਵੀ ਤੁਸੀਂ ਦੇਖੋ ਕਈ ਵਾਰ ਮਾਹੌਲ ਐਸਾ ਬਣ ਜਾਂਦਾ ਹੈ ਤੇ ਸਰਕਾਰ ਵਿਚਲਾ ਰਾਹ ਲੱਭ ਕੇ ਹਮੇਸ਼ਾ ਕੋਸ਼ਿਸ਼ ਕਰਦੀ ਹੈ ਕਿ ਇਹਦੇ ਉੱਪਰ ਪਾਣੀ ਫੇਰ ਦਿੱਤਾ ਜਾਵੇ, ਗੱਲ ਨੂੰ ਖਤਮ ਕਰ ਦਿੱਤਾ ਜਾਵੇ। ਬਾਬਾ ਖੜਕ ਸਿੰਘ ਕੋਲ ਬੂਟਾ ਸਿੰਘ ਆਉਂਦਾ ਹੈ ਗ੍ਰਹਿ ਮੰਤਰੀ ਕਿ ਬਾਬਾ ਜੀ ਢੱਠੇ ਹੋਏ ਅਕਾਲ ਤਖਤ ਸਾਹਿਬ ਨੂੰ ਦੁਬਾਰਾ ਉਸਾਰਿਆ ਜਾਵੇ। ਤੇ ਬਾਬਾ ਖੜਕ ਸਿੰਘ ਉਹਨਾਂ ਨੇ ਬੜਾ ਨਿਧੜਕ ਹੋ ਕੇ ਜਵਾਬ ਦਿੱਤਾ, ਬੂਟਾ ਸਿਆਂ ਪਹਿਲਾਂ ਤੇ ਫੌਜ ਲੈ ਕੇ ਗੋਲਿਆਂ ਦੇ ਨਾਲ ਤੁਸੀਂ ਅਕਾਲ ਤਖਤ ਸਾਹਿਬ ਨੂੰ ਢਾਇਆ, ਹੁਣ ਤੂੰ ਕਿਹੜਾ ਮੂੰਹ ਲੈ ਕੇ ਸਾਡੇ ਕੋਲ ਆਇਆ? ਅਸੀਂ ਨਹੀਂ ਉਸਾਰਨਾ, ਇਹ ਇਸੇ ਤਰ੍ਹਾਂ ਹੀ ਰੱਖਣਾ ਹੈ। ਬੂਟਾ ਸਿੰਘ ਕਿਉਂਕਿ ਪਿੱਛੋਂ ਸਰਕਾਰ ਦਾ ਪ੍ਰੈਸ਼ਰ ਪਿਆ ਹੋਇਆ ਸੀ, ਇੰਦਰਾ ਗਾਂਧੀ ਦਾ ਪ੍ਰੈਸ਼ਰ ਸੀ ਕਿ ਤੂੰ ਇਹ ਕੰਮ ਕਰਾ ਸਿੱਖਾਂ ਦੇ ਵਿੱਚ ਜਾ ਕੇ। ਫਿਰ ਬਾਬਾ ਹਰਬੰਸ ਸਿੰਘ ਦੇ ਕੋਲ ਜਾਂਦਾ ਦਿੱਲੀ ਵਾਲਿਆਂ ਕੋਲੇ। ਦਿੱਲੀ ਤੋਂ ਜਹਾਜ਼ ਤੇ ਇੱਥੇ ਚੰਡੀਗੜ੍ਹ ਪਹੁੰਚਦੇ, ਚੰਡੀਗੜ੍ਹ ਤੋਂ ਹਰਮੰਦਰ ਸਾਹਿਬ ਪਹੁੰਚਦੇ, 1 ਮਹੀਨਾ ਲਗਾਤਾਰ ਮੀਟਿੰਗ ਚੱਲਦੀ ਹੈ ਬਾਬਾ ਜੀ ਨਾਲ। ਪਰ ਬਾਬਾ ਜੀ ਨੇ ਵੀ ਸਾਰੀ ਵਿਚਾਰ ਤੋਂ ਬਾਅਦ ਇਹ ਗੱਲ ਕਹੀ ਕਿ ਬੂਟਾ ਸਿੰਘ ਜਿਸ ਤਰ੍ਹਾਂ ਢੱਠਿਆ ਹੋਇਆ ਅਕਾਲ ਤਖਤ ਸਾਹਿਬ ਹੈ ਇਸੇ ਤਰ੍ਹਾਂ ਰਹੇਗਾ ਤਾਂ ਕਿ ਸਿੱਖ ਸੰਗਤਾਂ ਨੂੰ ਇਹਨਾਂ ਸਰਕਾਰਾਂ ਦੀਆਂ ਚਾਲਾਂ ਬਾਰੇ ਪਤਾ ਲੱਗੇ। ਪਰ ਕੀ ਹੁੰਦਾ ਹੈ, 16 ਜੁਲਾਈ 1984 ਨੂੰ 3 ਬੱਸਾਂ ਭਰ ਕੇ ਆਉਂਦੀਆਂ, ਨਕਲੀ ਨਿਹੰਗ, ਮਾਫ ਕਰਨਾ ਮੈਂ ਸ਼ਬਦ ਵਰਤਿਆ, ਨਕਲੀ ਨਿਹੰਗ 3 ਬੱਸਾਂ ਭਰ ਕੇ ਆਉਂਦੀਆਂ ਤੇ ਸੰਤਾ ਸਿੰਘ ਜੋ ਬੁੱਢੇ ਦਲ ਦਾ ਮੁਖੀ ਹੈ ਉਹਨੂੰ ਸਰਕਾਰ ਆਪਣੇ ਵੱਲ ਕਰ ਲੈਂਦੀ ਹੈ, ਭਾਵ ਕਿ ਸਰਕਾਰ ਦਾ ਪਿੱਠੂ ਬਣ ਕੇ ਆਉਂਦਾ ਹੈ। ਉਹਦੀ ਨਿਗਰਾਨੀ ਦੇ ਵਿੱਚ ਸਰਕਾਰ ਦੇ ਆਪਣੇ ਬੰਦੇ ਤੇ ਨਿਹੰਗ ਤੇ ਹੋਰ ਜਿਹੜੇ ਲੋਕ ਨਿਰਮਾਣ ਵਿਭਾਗ ਦੇ ਜਿਹੜੇ ਕਰਮਚਾਰੀ ਨੇ, ਇਹ ਕੁੱਲ 14 ਜਾਂ 15 ਦਿਨ ਲਾ ਕੇ ਸਾਰੇ ਅਕਾਲ ਤਖਤ ਸਾਹਿਬ ਦਾ ਢੱਠਿਆ ਹੋਇਆ ਮਲਬਾ ਜਿਹੜਾ ਇਕੱਠਾ ਕਰਕੇ ਉਹ ਬਾਹਰ ਸੁੱਟਦੇ ਨੇ। ਅਕਾਲ ਤਖਤ ਸਾਹਿਬ ਦੀ ਨਵੀਂ ਉਸਾਰੀ ਸ਼ੁਰੂ ਹੋ ਜਾਂਦੀ ਹੈ। ਥੋੜੇ ਸਮੇਂ ਦੇ ਵਿੱਚ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਉਸਾਰੀ ਸੰਪੂਰਨ ਕਰ ਦਿੱਤੀ। ਹੁਣ ਅਕਾਲ ਤਖਤ ਸਾਹਿਬ ਤੇ ਬਣਾ ਦਿੱਤਾ, ਪਰ ਕੀ ਕੌਮ ਨੇ ਪ੍ਰਵਾਨ ਕੀਤਾ? ਨਹੀਂ। ਕੌਮ ਕਹਿਣ ਲੱਗੇ ਇਹ ਸਰਕਾਰ ਨੇ ਬਣਾਇਆ ਹੈ, ਸਰਕਾਰ ਵੱਲੋਂ ਬਣਾਇਆ ਹੋਇਆ ਅਕਾਲ ਤਖਤ ਸਾਹਿਬ। ਹਾਲਾਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਤਖਤ ਸਾਹਿਬ ਜੀ ਦੀ ਉਸਾਰੀ ਕਰਾਈ ਸੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਹੁਣਾਂ ਤੋਂ, ਕਿਸੇ ਹੋਰ ਨੂੰ ਨਹੀਂ ਲਾਇਆ ਸੀ। ਇਹਦੇ ਵਿੱਚ ਵੀ ਬੜਾ ਰਾਜ ਹੈ, ਬੜੇ ਸਿਧਾਂਤ ਇੱਥੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਦਿੱਤੇ। ਸਰਕਾਰ ਵੱਲੋਂ ਬਣਾਇਆ ਹੋਇਆ ਅਕਾਲ ਤਖਤ ਸਾਹਿਬ ਸਿੰਘਾਂ ਨੇ ਜਿਹੜਾ ਹੈ ਉਹ ਮਨਾ ਕਰ ਦਿੱਤਾ। ਤੇ ਫਿਰ 26 ਜਨਵਰੀ 1986 ਨੂੰ ਇੱਕ ਮਤਾ ਪਾਸ ਹੁੰਦਾ ਹੈ ਜਿਸ ਵਿੱਚ ਭਾਈ ਗੁਰਦੇਵ ਸਿੰਘ ਕੌਂਕਿਆਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪਿਆ ਜਾਂਦਾ ਹੈ 26 ਜਨਵਰੀ 1986 ਨੂੰ। ਉਸ ਵੇਲੇ ਇੱਕ ਪੰਥਕ ਇਕੱਠ ਹੋਇਆ, ਬਹੁਤ ਭਾਰੀ ਸਿੱਖ ਸੰਗਤਾਂ ਦਾ ਰੋਹ, ਬੜਾ ਭਾਰੀ ਇਕੱਠ ਹੋਇਆ ਸੀ। ਉਸ ਵਿੱਚ ਜਸਵੀਰ ਸਿੰਘ ਰੋਡੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੌਂਪਿਆ ਗਿਆ, ਬਣਾਇਆ ਗਿਆ, ਪਰ ਉਹ ਉਸ ਵੇਲੇ ਜੇਲ੍ਹ ਵਿੱਚ ਸਨ। ਇਸ ਲਈ ਕਾਰਜਕਾਰੀ ਜਥੇਦਾਰ ਕਿਸੇ ਨੂੰ ਬਣਾਉਣਾ ਸੀ। ਵਿਚਾਰ ਸ਼ੁਰੂ ਹੋਈ ਕਿਹੜੇ ਸਿੰਘ ਨੂੰ ਬਣਾਇਆ ਜਾਵੇ, ਬੜੇ ਸਿੰਘਾਂ ਦੇ ਨਾਮ ਸਨ, ਪਰ ਅਖੀਰ ਭਾਈ ਗੁਰਦੇਵ ਸਿੰਘ ਕੌਂਕੇ ਹੁਣਾਂ ਦੇ ਨਾਮ ਦੇ ਉੱਪਰ ਮੋਹਰ ਲੱਗੀ। ਜੇ ਇਹਨਾਂ ਦੇ ਜੀਵਨ ਬਾਰੇ ਗੱਲ ਕੀਤੀ ਜਾਵੇ, 1949 ਦੇ ਵਿੱਚ ਇਹਨਾਂ ਦਾ ਜਨਮ ਪਿਤਾ ਸਰਦਾਰ ਗੁਰਦਿਆਲ ਸਿੰਘ ਤੇ ਮਾਤਾ ਚੰਦ ਕੌਰ ਦੇ ਘਰ ਵਿਖੇ ਪਿੰਡ ਕੌਂਕੇ ਹੀ ਹੋਇਆ। ਇਹਨਾਂ ਦਾ ਜੱਦੀ ਪਿੰਡ ਵੀ ਕੌਂਕੇ ਸੀ। ਦਮਦਮੀ ਟਕਸਾਲ ਤੋਂ ਵਿਦਿਆ ਪ੍ਰਾਪਤ ਕੀਤੀ। 1970 ਈਸਵੀ ਦੇ ਵਿੱਚ ਇਹਨਾਂ ਦਾ ਵਿਆਹ ਬੀਬੀ ਗੁਰਮੇਲ ਕੌਰ ਦੇ ਨਾਲ ਹੁੰਦਾ ਹੈ। ਪਰ ਕਿਉਂਕਿ ਦਮਦਮੀ ਟਕਸਾਲ ਦੀ ਵਿਦਿਆ ਤੇ ਦਮਦਮੀ ਟਕਸਾਲ ਦੇ ਅਸੂਲ, ਉਸ ਵੇਲੇ ਦਾ ਜਿਹੜਾ ਪ੍ਰਚਾਰ ਸੀ ਉਹ ਬਹੁਤ ਜ਼ਿਆਦਾ
सिख कौम नूं समर्पित सी, सिद्धांतां नूं समर्पित सी। गुरबाणी की कथा विचार करदियां करदियां ऐसा जीवन बन चुकिया सी भाई गुरदेव सिंह होणां दा कि पूरे इलाके दे विच, पूरे पंजाब दे विच उन्हां दी गल होण लग पई सी। इत्थों तक कि लोग अपने जिहड़े पर्सनल फैसले ने, जिहड़े झगड़े ने, वो भी उन्हां दे कोल आके निबेड़ने शुरू कर दिते। जे किसी दा, किसी धी भैन का कोई रिश्ता अगों दाज दहेज करके रौला पिया, नहीं अगे वसन दिंदे, तां भी भाई साहब होणां कोले आउणे ते बहुत छेती उहदे फैसले हो जाने। इसे करके सारे सिंघां नूं भाई गुरदेव सिंह होणां दा इस शख्सियत बारे पता सी। देखो बहुत वड्डी, एक तां समाज सेवी होना, पर समाज सेवी होने तो पहला धर्मी होना यह वड्डी गल है। ते भाई साहब होनी पहला धर्मी ने, नितनेमी ने। ते उन्हां दे नितनेम बारे जदों पढ़िया तो बड़ी हैरानगी हुई। साडे अजकल दे जिहड़े तर्की ने वो तर्क मारन लग्गियां 1 मिनट लाउंदे ने कि इदां किवें हो सकदा है। नितनेम तो 5 ग्रंथी दे नितनेम तो इलावा कहंदे रोजाना दे 25 पाठ जपजी साहिब ते 101 पाठ जपजी साहिब ते 25 पाठ सुखमनी साहिब दे करते सन भाई साहब रोजाना। हुण साडे जिहड़े तर्की ने उदों ही कैलकुलेट कढ के रख लैणगे जी 1 घंटे च पाठ हुंदा है सुखमनी साहिब दा। उन्हां मूर्खां नूं पुछण वाला होवे 1 घंटे विच तुसीं बोल के नहीं कर सकदे। जिहड़े कैलकुलेट करदे ने ये सुरती दे नाल हुंदा है। जो सुरती ना पाठ होंदा, जिहड़े गुरमुख अभ्यासी होंदे ने उन्हां नूं पता है जपजी साहिब दा पाठ जिहड़ा नॉर्मल है 8 7 10 मिनट विच हुंदा है, पर जदों वो पाठ अभ्यास ना कीता जावे ते वो 2 या 3 मिनट दे विच पाठ होण लग जांदा है। सुखमनी साहिब दा पाठ जदों अभ्यास नाल होण लग जावे, सुरती नाल होण लग जावे, वो 8 10 11 मिनट दे विच होण लग जांदा है, क्योंकि बाणी चल पैंदी है, गुरु साहिब दी किरपा हो जाती है। इउं उन्हां महापुरखां दा एडा वड्डा जीवन, इन्नी वड्डी शख्सियत तां ही बने, पहला धर्मी बने, फिर उन्होंने समाज के कार्य आरंभ कर दिते। अजकल बड़े समाज सेवी ने, बड़ियां संस्थावां, बड़ियां ऑर्गेनाइजेशन चल रही ने। वो समाज सेवी का एक ढोंग है, क्योंकि अंदर धर्म नहीं, अंदर सच नहीं, वो दिखावा, वो पिछे परपज कोई होर चल रहा होंदा है। पर भाई साहब उन्हों का परपज केवल एक गुरसिੱਖੀ नूं समर्पित समाज की सेवा सी। उन्हां दी इस सेवा नूं ही वेखदियां होइयां फैसला लिया गया, उन्होंने अकाल तख्त साहिब जी के कार्यकारी जथेदार बना दिता गया। उन्होंने बड़ा मना किया जी, ये भी आता है। वो कहते जी मैं इन्ने जोगा नहीं, मेरा पहला जीवन बड़ा माड़ा रहा। तो अगों शायद बाबा ठाकुर सिंह होना मैंने लगता वार्ता हुई सी, वो कह लगे कि नहीं, बाबा जोगिंदर सिंह होना, माफी करना, बाबा जोगिंदर सिंह होना वार्ता हुई सी। वो कह लगे गुरसिख का जीवन जिस दिन गुरसिख ने अमृत छक लिया उस दिन तो शुरू होता है, उस तो पहला वो की सी उसका कोई मतलब नहीं। पहला बहाना लाया वो टाल दिता गया। दूसरा बहाना यह लाया जी मेरी उंगल वड्डी हुई है ते अकाल तख्त साहिब के जथेदार लई साफ सूरत होना सब कुछ बहुत जरूरी है। तो बाबा जोगिंदर सिंह होनी कहन लगे गुरदेव सिंह तुसीं हुण अपने फर्ज तो भज्जो ना, कौम ने तुहानूं चुनिया है, तुहाडे तो ही सेवा लैनी है। अखीर कार्यकारी जथेदार की जिम्मेवारी भाई गुरदेव सिंह हुणां नूं मिल जाती है। तो जथेदार बनने तो बाद पहला ही एक्शन जिहड़ा है वो घर तो ही शुरुआत की सी। वो शुरुआत किहड़ी सी? उन्होंने देखिया थोड़े समय दे विच कि हरमंदर साहिब दे विच हो की रहा है, गुरु साहिब दे लंगर दे विच की कुछ चल रहा है। सब तो पहला उन्होंने छापा मारिया, रसीदां जिहड़ियां लंगर दियां वो 3 गुणा वध कट्टियां जा रही हैं, रसद घट आ रही है, घपला चल रहा है। दूसरा जिहड़े उत्थे रहायश बनी हुई है लीडरां वास्ते जां जिहड़े सिंह रह रहे हैं जां होर, वो अपने कमरियां विच वखरे तड़के ला के भोजन आदि छकदे सन। पर भाई साहब कहन लगे अज तो ये सारा कुछ बंद होएगा, मैं खुद लंगर दे विच बैठ के प्रशादा छकांगा, सारे इस लंगर दे विच बैठ के प्रशादा छकणगे। बहुत वड्डा कार्य सी। देखो अज असीं भुल जाने आ, असीं एक पासे गुरु का लंगर चल रहा होंदा है पर दूजे पासे असीं रसोई विच जाके वखरे तड़के ला के छकदे आ। साडे लई इह किड्डी वड्डी मिसाल भाई साहब उन्हां ने कायम कीती कि नहीं, गुरु के लंगर नूं ठेस नहीं पहुंचनी चाहिए। सारे, कोई वड्डा नहीं कोई छोटा नहीं। अज तुसीं जाओ उत्थे, मैं माफ करना जो कुछ हुण हो रहा है श्रोमणी कमेटी के उन्हां दफ्तरां दे विच इह जिहड़े लीडर ने साडे बनाए हुए सानूं कहंदे पंथक ने, की कुछ हो रहा है, मैं कोई शब्द नहीं बोलना, आप सब नूं पता है। भाई साहब उन्होंने सब तो पहली ठल ये पाई सी
ਪ੍ਰਚਾਰ ਗੁਰਸਿੱਖੀ ਦਾ ਇਸੇ ਤਰ੍ਹਾਂ ਚੱਲਦਾ ਰਿਹਾ। ਉਹਨਾਂ ਨੇ ਜੁਲਾਈ ਮਹੀਨੇ ਦੇ ਵਿੱਚ ਇੱਕ ਐਲਾਨ ਕੀਤਾ, 5 ਮੈਂਬਰੀ ਕਮੇਟੀ ਬਣਾ ਕਰਕੇ ਖਾਲਿਸਤਾਨ ਦਾ ਐਲਾਨ ਹੁੰਦਾ ਹੈ। ਅਗਲੇ ਦਿਨ ਹੀ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਆ ਜਾਂਦੇ ਹੈ, ਪੁਲਿਸ ਆ ਜਾਂਦੀ ਹੈ। ਸਿੰਘ ਕਹਿਣ ਲੱਗੇ ਭਾਈ ਸਾਹਿਬ ਨੂੰ ਕਿ ਤੁਸੀਂ ਪਾਸੇ ਆਸੇ ਹੋ ਜਾਓ, ਤੇ ਭਾਈ ਸਾਹਿਬ ਕਹਿਣ ਲੱਗੇ ਨਹੀਂ, ਮੈਨੂੰ ਕੌਮ ਨੇ ਕੌਮ ਦਾ ਜਥੇਦਾਰ ਬਣਾਇਆ, ਮੈਂ ਇਸ ਤੋਂ ਪਾਸੇ ਨਹੀਂ ਹਟਾਂਗਾ। ਉਹਨਾਂ ਦੀ ਗ੍ਰਿਫਤਾਰੀ ਹੁੰਦੀ। ਦੇਖੋ ਅਕਾਲ ਤਖਤ ਸਾਹਿਬ ਦੀ ਜਦੋਂ ਜ਼ਿੰਮੇਵਾਰੀ ਉਹਨਾਂ ਨੂੰ ਮਿਲਦੀ ਹੈ ਤੇ ਉਹਨਾਂ ਨੇ ਕਿਹੜੇ ਕਿਹੜੇ ਕਾਰਜ ਕੀਤੇ। ਸਭ ਤੋਂ ਵੱਡੇ ਕਾਰਜ ਉਸ ਵੇਲੇ ਇਹ ਸੀ, ਜਿਹੜੇ ਪੰਥਕ ਸਿੰਘ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਦੀਆਂ ਪੈਰਵਾਈਆਂ ਕਰਨੀਆਂ, ਉਹਨਾਂ ਦੀਆਂ ਤਰੀਕਾਂ ਤੇ ਜਾਣਾ, ਵਕੀਲਾਂ ਨੂੰ ਕਰਨਾ, ਫਿਰ ਉਹਨਾਂ ਦੇ ਪਰਿਵਾਰ ਲਈ ਰਸਦ ਪਾਣੀ, ਉਹਨਾਂ ਦਾ ਖਰਚਾ ਉਹ ਵੀ ਧਿਆਨ ਵਿੱਚ ਰੱਖਣਾ। ਇਹ ਡਿਊਟੀਆਂ ਭਾਈ ਸਾਹਿਬ ਹੁਣੀ ਅਕਾਲ ਤਖਤ ਸਾਹਿਬ ਤੋਂ ਆਪ ਲਾਉਂਦੇ ਸਨ ਸਿੰਘਾਂ ਦੀਆਂ, ਵੱਖ-ਵੱਖ ਸਿੰਘਾਂ ਦੀਆਂ, ਕਿ ਜਾਓ ਜਾ ਕੇ ਫਲਾਣੇ ਸਿੰਘ ਦੀ ਪੈਰਵਾਈ ਕਰਕੇ ਆਓ, ਫਲਾਣੇ ਸਿੰਘ ਤੇ ਜਾ ਕੇ ਉੱਥੇ ਵੇਖ ਕੇ ਆਓ। ਤੇ ਅੱਜ ਖਾਲਿਸਤਾਨ ਦੇ ਐਲਾਨ ਤੋਂ ਅਗਲੇ ਦਿਨ ਹੀ ਭਾਈ ਸਾਹਿਬ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ। ਹਰਿਆਣੇ ਦੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ। ਇਤਿਹਾਸ ਇਹ ਦੱਸਦਾ ਹੈ ਬੜਾ ਭਾਰੀ ਤਸ਼ੱਦਦ ਹੁੰਦਾ ਹੈ, ਬੜੀ ਪੁੱਛਗਿੱਛ ਹੁੰਦੀ ਹੈ। ਭਾਈ ਸਾਹਿਬ ਹੁਣੀ ਕਈ ਦਿਨ ਭੁੱਖੇ ਤਾਂ ਰਹੇ ਹਰਿਆਣੇ ਦੇ ਵਿੱਚ, ਪਰ ਉਹਨਾਂ ਨੇ ਹਰਿਆਣੇ ਦੇ ਉੱਤੇ ਪੁਲਿਸ ਦੀ ਕੰਟੀਨ ਦੇ ਵਿੱਚੋਂ ਅੰਨ ਦਾ ਇੱਕ ਟੁਕੜਾ ਵੀ ਆਪਣੇ ਮੂੰਹ ਵਿੱਚ ਨਹੀਂ ਪਾਇਆ। ਅਖੀਰ ਉਹਨਾਂ ਨੂੰ ਸੰਗਰੂਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ। ਤੇ ਸੰਗਰੂਰ ਜੇਲ੍ਹ ਜਿਹੜੀ ਸਿਕਿਉਰਿਟੀ ਜੇਲ੍ਹ ਹੈ, ਬਹੁਤ ਜ਼ਿਆਦਾ ਟਾਈਟ ਜੇਲ੍ਹ ਸੀ। ਜਦੋਂ ਉੱਥੇ ਆਉਂਦੇ ਨੇ ਤੇ ਉੱਥੇ ਦਾ ਇੱਕ ਜਗਰੂਪ ਜਿਹੜਾ ਜੇਲ੍ਹ ਸੁਪਰਡੈਂਟ ਹੈ, ਜੋ ਨਿਰੰਕਾਰੀਏ ਦਾ ਚੇਲਾ ਹੈ, ਭਾਈ ਸਾਹਿਬ ਨੂੰ ਕਹਿਣ ਲੱਗਾ ਇਹ ਤੁਹਾਡੀ ਪਾਈ ਹੋਈ ਗਾਤਰੇ ਕਿਰਪਾਨ ਅੰਦਰ ਨਹੀਂ ਜਾ ਸਕਦੀ। ਤੇ ਭਾਈ ਸਾਹਿਬ ਕਹਿਣ ਲੱਗੇ ਤੂੰ ਆਪਣੇ ਆਈਜੀ ਨੂੰ ਪੁੱਛ ਕੇ ਦੇਖ, ਮੈਂ ਬਤੌਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਸ਼੍ਰੀ ਸਾਹਿਬ ਦੇ ਸਮੇਤ ਅੰਦਰ ਜਾ ਸਕਦਾ ਹਾਂ। ਪਰ ਉਹ ਨਿਰੰਕਾਰੀਆ ਕਿੱਥੇ ਚਾਹੁੰਦਾ ਸੀ? ਉਹ ਚਾਹੁੰਦਾ ਸੀ ਕਿ ਭਾਈ ਸਾਹਿਬ ਹੁਣਾਂ ਦੀ ਮੈਂ ਬੇਅਦਬੀ ਕਰਾਂ, ਪਰ ਐਡਾ ਕੱਦ ਕਾਠ, ਗੁਰਬਾਣੀ ਵਿੱਚ ਰਤੜੀ ਹੋਈ ਰੂਹ ਭਾਈ ਗੁਰਦੇਵ ਸਿੰਘ ਹੋਣੀ ਬਿਲਕੁਲ ਅਡੋਲ ਰਹੇ। ਉੱਥੇ ਨੇੜੇ ਹੀ 3-4 ਹੋਰ ਜਿਹੜੇ ਗਾਰਡ ਸਨ, ਉਹਨਾਂ ਵੱਲ ਇਸ਼ਾਰਾ ਕਰਕੇ ਉਹਨਾਂ ਨੇ ਕਿਹਾ ਕਿ ਇਹਦੀ ਕਿਰਪਾਨ ਉਤਾਰੋ। ਪਰ ਭਾਈ ਸਾਹਿਬ ਉਹਨਾਂ ਦੀ ਸ਼ਖਸੀਅਤ ਵੇਖ ਕੇ ਉਹਨਾਂ 3-4 ਨੇ ਸਿਰ ਫੇਰ ਦਿੱਤਾ ਕਿ ਸਾਡੇ ਵਿੱਚ ਹਿੰਮਤ ਨਹੀਂ ਕਿ ਅਸੀਂ ਇਹ ਭਾਈ ਸਾਹਿਬ ਉਹਨਾਂ ਦੀ ਕਿਰਪਾਨ ਉਤਾਰ ਦਈਏ। ਇਸ ਬੁੱਚੜ ਨੇ ਆਪਣੇ ਕਮਰੇ ਦੇ ਵਿੱਚੋਂ ਇੱਕ ਕੈਂਚੀ ਲਿਆਂਦੀ ਤੇ ਪਿੱਛੋਂ ਆ ਕੇ ਗਾਤਰੀ ਨੂੰ ਕੱਟ ਦਿੱਤਾ। ਭਾਈ ਸਾਹਿਬ ਉਹਨਾਂ ਦੀ ਸ਼੍ਰੀ ਸਾਹਿਬ ਥੱਲੇ ਡਿੱਗ ਪੈਂਦੀ ਹੈ। ਇੱਕ ਗਾਰਡ ਬੜਾ ਧਰਮੀ ਸੀ, ਉਹਨੇ ਬੜੀ ਫੁਰਤੀ ਦੇ ਨਾਲ 10 ਮਿੰਟਾਂ ਦੇ ਵਿੱਚ ਸਾਰੀ ਜੇਲ੍ਹ ਦੀਆਂ ਬੈਰਕਾਂ ਦੇ ਵਿੱਚ ਜਾ ਕਰਕੇ ਇਹ ਖਬਰ ਦੇ ਦਿੱਤੀ ਕਿ ਇਸ ਬੁੱਚੜ ਨੇ ਭਾਈ ਸਾਹਿਬ ਹੁਣਾਂ ਦੀ ਸ਼੍ਰੀ ਸਾਹਿਬ ਦਾ ਜਿਹੜਾ ਗਾਤਰਾ ਹੈ ਉਹ ਕੱਟ ਦਿੱਤਾ ਹੈ। ਭਾਈ ਸਾਹਿਬ ਦੇ ਜਿਹੜੇ ਕਕਾਰ ਨੇ ਉਹ ਅਲੱਗ ਹੋ ਚੁੱਕੇ ਨੇ। ਤੇ ਜਦੋਂ ਕਕਾਰ ਅਲੱਗ ਹੋਇਆ ਨਾ, ਇਹਨੇ ਕੈਂਚੀ ਨਾਲ ਪਿੱਛੋਂ ਗਾਤਰਾ ਕੱਟਿਆ। ਭਾਈ ਸਾਹਿਬ ਉਹਨਾਂ ਨੇ ਐਡੀ ਜ਼ੋਰ ਦੀ ਇਹਨੇ ਥੱਪੜ ਮਾਰਿਆ ਕਿ 2 ਗੇੜੀਆਂ ਖਾ ਕੇ ਡਿੱਗਿਆ। 2 ਗੇੜੀਆਂ ਖਾ ਕੇ ਡਿੱਗਿਆ। ਤੇ ਇੱਧਰ ਬੈਰਕਾਂ ਦੇ ਵਿੱਚ ਖਬਰ ਸਿੰਘਾਂ ਨੂੰ ਪਹੁੰਚ ਚੁੱਕੀ ਸੀ ਤੇ ਸਿੰਘਾਂ ਨੇ ਉੱਥੋਂ ਹੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਰੋੜੇ, ਇੱਟਾਂ, ਜੋ ਭਾਂਡੇ ਉਹਨਾਂ ਕੋਲੇ ਸੀ ਉਹਨਾਂ ਨੇ ਚਲਾ ਕੇ ਮਾਰੇ। 2 ਦਿਨ ਭੁੱਖ ਹੜਤਾਲ ਰਹੀ ਜੇਲ੍ਹ ਦੇ ਵਿੱਚ। ਫਿਰ ਇਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਭਾਈ ਸਾਹਿਬ ਦੇ ਚਰਨਾਂ ਤੇ ਆ ਕੇ ਨੇ ਆਪਣੀ ਪੱਗ ਰੱਖੀ, ਮਾਫੀ ਮੰਗੀ, ਜੀ ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਗਲਤੀ ਹੋ ਚੁੱਕੀ ਹੈ। ਪਰ ਸਿੰਘਾਂ ਨੇ ਹਜੇ ਭੁੱਖ ਹੜਤਾਲ ਛੱਡੀ ਨਹੀਂ ਸੀ। ਸਿੰਘ ਇਹ ਕਹਿਣ ਲੱਗੇ ਸੀ ਇਹਨੇ ਬਹੁਤ ਵੱਡਾ ਗੁਨਾਹ ਕੀਤਾ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇਹਨੇ ਬੇਅਦਬੀ ਕੀਤੀ ਹੈ ਕਕਾਰਾਂ ਦੀ, ਪੁਲਿਸ ਦੇ ਆਈਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਪਰ ਭਾਈ ਸਾਹਿਬ ਹੁਣਾਂ ਦੇ ਵਿੱਚ ਇੰਨੀ ਨਿਮਰਤਾ ਸੀ, ਉਹ ਕਹਿਣ ਲੱਗੇ ਸਿੰਘੋ ਨਹੀਂ, ਇਹਨੇ ਮਾਫੀ ਮੰਗ ਲਈ, ਇਹਦੇ ਨਾਲ ਜੋ ਹੋਣਾ ਸੀ ਉਹ ਹੋ ਚੁੱਕਿਆ ਹੈ, ਹੁਣ ਬਹੁਤ ਹੈ। ਜਦੋਂ ਭਾਈ ਸਾਹਿਬ ਹੁਣੀ ਜਾਂਦੇ ਨੇ ਬੈਰਕਾਂ ਵਿੱਚ ਸਿੰਘਾਂ ਨੂੰ ਮਿਲਣ ਵਾਸਤੇ, ਹਰੇਕ ਬੈਰਕ ਦੇ ਅੱਗੇ ਭਾਈ ਸਾਹਿਬ ਹੁਣਾਂ ਨੇ ਮੱਥਾ ਟੇਕਿਆ ਜੀ, ਇਹ ਜਾਣ ਕੇ ਕਿ ਇਹਨਾਂ ਬੈਰਕਾਂ ਦੇ ਵਿੱਚ ਸਿੰਘ ਕੈਦ ਨੇ, ਇਹ ਬਾਣੀ ਪੜ੍ਹਦੇ ਨੇ, ਇਹ ਗੁਰੂ ਕੇ ਸਿੰਘ ਨੇ। ਹਰ ਇੱਕ ਬੈਰਕ ਦੇ ਅੱਗੇ ਜਾ ਕਰਕੇ ਉਹਨਾਂ ਨੇ ਮੱਥਾ ਟੇਕਿਆ। ਤੇ ਜਦੋਂ ਸਾਰੇ ਸਿੰਘਾਂ ਨੇ ਹੜਤਾਲ ਖਤਮ ਕਰ ਦਿੱਤੀ ਤੇ ਫਿਰ ਕੱਲੀ ਬੈਰਕ ਵਿੱਚ ਜਾ ਕੇ ਭਾਈ ਸਾਹਿਬ ਉਹਨਾਂ ਨੇ ਗੁਰਬਾਣੀ ਦਾ ਕੀਰਤਨ ਵੀ ਕੀਤਾ। ਫਿਰ ਉਸ ਤੋਂ ਬਾਅਦ ਭਾਈ ਸਾਹਿਬ ਉਹਨਾਂ ਨੂੰ ਨਾਭੇ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ। ਉੱਥੇ ਹੀ ਭਾਈ ਸਾਹਿਬ ਉਹਨਾਂ ਦੀ ਮੁਲਾਕਾਤ ਜਗਜੀਤ ਸਿੰਘ ਗਿੱਲ ਦੇ ਨਾਲ ਹੁੰਦੀ ਹੈ। ਜਗਜੀਤ ਸਿੰਘ ਗਿੱਲ ਜੋ ਕਿ ਉਹਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਹੈ ਬੇੜੀਆਂ ਵਿੱਚ ਬੰਨਿਆ ਹੋਇਆ, ਦਿਨੇ ਵੀ ਤੇ ਰਾਤ ਨੂੰ ਵੀ। ਇੱਕ ਪੁਲਿਸ ਵਾਲੇ ਨੂੰ ਪੁੱਛਿਆ ਕਿ ਇਹ ਸਿੰਘ ਨੂੰ ਇਉਂ ਕਿਉਂ ਬੰਨਿਆ ਹੈ? ਉਹ ਕਹਿਣ ਲੱਗੇ ਜੀ ਇਹ ਬੜਾ ਖਤਰਨਾਕ ਖਾੜਕੂ ਹੈ। ਇਹ ਪਹਿਲਾਂ ਗੰਗਾ ਨਗਰ ਦੀ ਜੇਲ੍ਹ ਵਿੱਚ ਬੰਦ ਸੀ, ਉੱਥੋਂ ਇਹਨੇ ਪੁਲਿਸ ਪਾਰਟ ਉੱਥੋਂ ਨਿਕਲਿਆ
ਤੇ ਦੋ ਸਿੰਘ ਨੇ ਜਿਹੜੇ ਨੇ ਗੁਰਜੰਟ ਸਿੰਘ ਹੋਣੀ ਜਿਹੜੇ ਗੰਗਾ ਨਗਰ ਦੇ, ਉਹਨਾਂ ਨੂੰ ਪੁਲਿਸ ਪਾਰਟੀ ਤੇ ਹਮਲਾ ਕਰਕੇ ਇਹਨੇ ਛਡਾਇਆ। ਹੁਣ ਇਹ ਫਰਾਨੀ ਜੇਲ੍ਹ ਦੇ ਵਿੱਚ ਸੀ, ਉੱਥੇ ਇਹਨੇ ਪੁਲਿਸ ਪਾਰਟੀ ਤੇ ਹਮਲਾ ਕਰਕੇ ਨਿਕਲ ਗਿਆ। ਇਹ ਤਾਂ ਕਰਕੇ ਤੇ ਭਾਈ ਸਾਹਿਬ ਸੰਘਰਸ਼ੀ ਸਿੰਘਾਂ ਦਾ ਬੜਾ ਸਤਿਕਾਰ ਕਰਦੇ ਸੀ। ਉਹਨੂੰ ਕਹਿਣ ਲੱਗੇ ਜਾਂ ਤਾਂ ਮੈਨੂੰ ਵੀ ਇਸੇ ਤਰ੍ਹਾਂ ਬੰਨ੍ਹ ਦਿਓ ਤੇ ਜਾਂ ਇਸ ਸਿੰਘ ਦੀ ਵੀ ਖਲਾਸੀ ਕਰੋ। ਉਸ ਭਾਈ ਜਗਜੀਤ ਸਿੰਘ ਗਿੱਲ ਦੀ ਵੀ ਜਿਹੜੀ ਹੈ ਉਹ ਖਲਾਸੀ ਕੀਤੀ। ਇਹ ਨਾਭਾ ਜੇਲ੍ਹ ਦੀ ਘਟਨਾ ਹੈ। ਹੁਣ ਆਖਰੀ ਘਟਨਾ ਕੀ ਵਾਪਰਦੀ ਹੈ ਭਾਈ ਸਾਹਿਬ ਹੁਣਾਂ ਦੇ ਪਰਿਵਾਰ ਦੀ। ਗੁਰਸਿੱਖੋ, ਅੱਜ ਆਪਾਂ ਨਵਾਂ ਸਾਲ ਮਨਾ ਰਹੇ ਹਾਂ। ਆਪਾਂ ਤਾਂ ਨਵਾਂ ਸਾਲ ਕਿਹੜੇ ਮੂੰਹ ਨਾਲ ਮਨਾਈਏ? ਇਸੇ ਸਾਲ 1 ਜਨਵਰੀ 1993 ਨੂੰ ਸ਼ਾਮ ਨੂੰ 4 ਵਜੇ ਭਾਈ ਸਾਹਿਬ ਹੁਣਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਸਾਡਾ ਤੇ ਸਾਲ ਕਾਹਦਾ? 20 ਦਸੰਬਰ 1992 ਨੂੰ ਪੁਲਿਸ ਘਰੇ ਆਉਂਦੀ ਹੈ ਭਾਈ ਸਾਹਿਬ ਹੁਣਾਂ ਨੂੰ ਗ੍ਰਿਫਤਾਰ ਕਰਨ ਵਾਸਤੇ। ਤੇ ਉਸ ਵੇਲੇ ਘਟਨਾ ਕੀ ਹੈ ਜੀ? ਭਾਈ ਸਾਹਿਬ ਹੁਣਾਂ ਦਾ ਦੋਹਤਾ ਕੁਝ ਕੁ ਦਿਨਾਂ ਦਾ ਉਹ ਚੜ੍ਹਾਈ ਕਰ ਗਿਆ। ਉਸ ਦਿਨ ਸੰਸਕਾਰ ਕਰਨਾ ਹੈ। ਬਹੁਤ ਕਿਹਾ, ਪਰ ਭਾਈ ਸਾਹਿਬ ਕਹਿੰਦੇ ਨਹੀਂ, ਇਹਨਾਂ ਮੰਨਣਾ ਨਹੀਂ। ਤੁਸੀਂ ਸੰਸਕਾਰ ਦੀ ਆਪਣੀ ਸਾਰੀ ਰਸਮ ਪੂਰੀ ਕਰੋ, ਮੈਂ ਇਹਨਾਂ ਦੇ ਨਾਲ ਜਾਣਾ। ਦੇਖੋ, ਹਕੂਮਤ ਨੇ ਇਹ ਵੀ ਨਹੀਂ ਦੇਖਿਆ ਕਿ 5-7 ਦਿਨਾਂ ਦਾ ਉਹ ਦੋਹਤਾ ਜਿਹੜਾ ਸਰੀਰ ਕਰਕੇ ਇੱਥੇ ਨਹੀਂ ਰਿਹਾ, ਉਹਦਾ ਸੰਸਕਾਰ ਤੇ ਕਰ ਲੈਣ ਦਿੱਤਾ ਜਾਵੇ। ਚਲੋ 20 ਦਸੰਬਰ ਨੂੰ 5-6 ਘੰਟੇ ਦੀ ਪੁੱਛ ਪੜਤਾਲ ਜਗਰਾਉਂ ਥਾਣੇ ਦੇ ਵਿੱਚ ਹੋਈ। ਭਾਈ ਸਾਹਿਬ ਵਾਪਸ ਆ ਗਏ। ਪਰ 25 ਦਸੰਬਰ ਨੂੰ ਜਦੋਂ ਭਾਈ ਸਾਹਿਬ ਨੂੰ ਦੁਬਾਰਾ ਫੇਰ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਆਈ, ਭਾਈ ਹਰੀ ਸਿੰਘ ਭਾਈ ਸਾਹਿਬ ਉਹਨਾਂ ਦੇ ਬੇਟੇ ਉਹ ਘਰੇ ਸਨ। ਉਹਨਾਂ ਤੋਂ ਪੁੱਛਿਆ ਗਿਆ ਕਿੱਥੇ ਨੇ? ਕਹਿਣ ਲੱਗੇ ਉਹ ਗੁਰੂ ਘਰ ਗਏ ਨੇ, ਬਾਣੀ ਪੜ੍ਹ ਰਹੇ ਨੇ। ਸਾਰੀ ਪੁਲਿਸ ਪਾਰਟੀ ਜਿਹੜੀ ਹੈ ਗੁਰਦੁਆਰਾ ਸਾਹਿਬ ਪਹੁੰਚ ਜਾਂਦੀ ਹੈ। ਗੁਰਦੁਆਰਾ ਸਾਹਿਬ ਭਾਈ ਸਾਹਿਬ ਨਿਤਨੇਮ ਕਰ ਰਹੇ ਸਨ। ਭਾਈ ਸਾਹਿਬ ਕਹਿੰਦੇ ਮੈਨੂੰ ਨਿਤਨੇਮ ਕਰ ਲੈਣ ਦਿਓ, ਉਸ ਤੋਂ ਬਾਅਦ ਆਪਾਂ ਚੱਲਦੇ ਹਾਂ। ਨਿਤਨੇਮ ਕਰਨ ਤੋਂ ਬਾਅਦ ਕੁਝ ਸਿੰਘ ਕਹਿੰਦੇ ਨੇ ਕਥਾ ਵਿਚਾਰ ਵੀ ਕੀਤੀ ਸੀ। ਤੇ ਕਥਾ ਵਿਚਾਰ ਵਿੱਚ ਉਹਨਾਂ ਨੇ ਵਾਰ-ਵਾਰ ਸ਼ਬਦ ਤੇਰਾ ਕੀਆ ਮੀਠਾ ਲੱਗੈ ਦਾ ਜਿਹੜਾ ਸ਼ਬਦ ਹੈ ਉਹ ਵਾਰ-ਵਾਰ ਪੜਿਆ ਭਾਈ ਸਾਹਿਬ ਉਹਨਾਂ ਨੇ। ਗੁਰਦੁਆਰਾ ਸਾਹਿਬ ਦੀ ਸਾਰੀ ਮਰਿਆਦਾ ਪੂਰੀ ਕਰਨ ਤੋਂ ਬਾਅਦ ਪੁਲਿਸ ਪਾਰਟੀ ਦੇ ਨਾਲ ਹੀ ਭਾਈ ਸਾਹਿਬ ਘਰੇ ਆਏ। ਇੱਥੇ ਮਹਿੰਦਰ ਸਿੰਘ ਹੋਣਾ ਨੇ ਜੋ ਕਿ ਪਿੰਡ ਦੇ ਸਰਪੰਚ ਵੀ ਨੇ, ਉਹਨਾਂ ਨੇ ਭਾਈ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ। ਪ੍ਰਸ਼ਾਦਾ ਛਕਣ ਤੋਂ ਬਾਅਦ ਤੇ ਭਾਈ ਸਾਹਿਬ ਨੇ ਸੰਗਤਾਂ ਨੂੰ ਕਿਹਾ, ਸੰਗਤ ਜੀ ਮੈਨੂੰ ਲੱਗਦਾ ਹੈ ਕਿ ਹੁਣ ਆਪਣਾ ਦੁਬਾਰਾ ਮੇਲ ਨਹੀਂ ਹੋਣਾ, ਕਿਉਂਕਿ ਮੈਨੂੰ ਅੱਜ ਇਸ ਪੁਲਿਸ ਪਾਰਟੀ ਦੀ ਨੀਅਤ ਤੇ ਸ਼ੱਕ ਹੋ ਰਿਹਾ, ਪਰ ਤੁਸੀਂ ਡੋਲਣਾ ਨਹੀਂ। 25 ਦਸੰਬਰ ਨੂੰ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਜਗਰਾਉਂ ਥਾਣੇ ਵਿੱਚ ਲੈ ਗਏ ਨੇ। ਉਸ ਤੋਂ ਬਾਅਦ ਇੰਨਾ ਕੁ ਤਸ਼ੱਦਦ ਭਾਈ ਸਾਹਿਬ ਉਹਨਾਂ ਦੇ ਉੱਪਰ ਕੀਤਾ ਗਿਆ ਜਿਸ ਨੂੰ ਦੱਸਿਆ ਹੀ ਨਹੀਂ ਜਾ ਸਕਦਾ। ਮਾਤਾ ਜੀ ਹੁਣਾਂ ਨੇ ਤੇ ਹੋਰ ਵੀ ਉਸ ਵੇਲੇ ਕੈਪਟਨ ਜੀ ਜਾਂ ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ, ਸਭ ਨੇ ਬੜੀ ਚਾਰਾਜੋਈ ਕੀਤੀ ਕਿ ਛਡਾਇਆ ਜਾਵੇ, ਪਰ ਕਿਉਂਕਿ ਪੁਲਿਸ ਇਹ ਧਾਰ ਚੁੱਕੀ ਸੀ ਕਿ ਹੁਣ ਇਹਨੂੰ ਛੱਡਣਾ ਨਹੀਂ, ਕਿਉਂਕਿ ਇਹ ਬਹੁਤ ਰੜਕ ਰਿਹਾ ਸੀ ਸਰਕਾਰ ਨੂੰ। ਸਰਕਾਰ ਭਾਵੇਂ ਬੇਸ਼ੱਕ ਨਕੰਮੀ ਹੋਵੇ, ਉਹ ਨਹੀਂ ਚਾਹੁੰਦੀ ਕਿ ਸਾਡੇ ਜਿਹੜੇ ਕੰਮ ਆ ਕੋਈ ਹੋਰ ਕਰੇ, ਕਿਉਂਕਿ ਬਹੁਤ ਵੱਡੇ ਵੱਡੇ ਫੈਸਲੇ ਭਾਈ ਸਾਹਿਬ ਹੁਣੀ ਆਪ ਹੀ ਕਰ ਦਿੰਦੇ ਸਨ ਤੇ ਸਰਕਾਰ ਇਹ ਨਹੀਂ ਚਾਹੁੰਦੀ ਸੀ। ਤੇ ਬਹੁਤ ਜ਼ਿਆਦਾ ਭਾਈ ਸਾਹਿਬ ਹੁਣਾਂ ਦੇ ਉੱਪਰ ਤਸ਼ੱਦਦ ਕੀਤਾ ਗਿਆ, ਇੱਥੋਂ ਤੱਕ ਕਿ 2 ਦਿਨ ਤਾਂ ਇਹ ਵੀ ਨਹੀਂ ਪਤਾ ਲੱਗਾ ਵੀ ਉਹ ਕਿੱਥੇ ਨੇ। ਪ੍ਰਸ਼ਾਦਾ ਤੱਕ ਨਹੀਂ ਉਹਨਾਂ ਤੱਕ ਜਾਣ ਦਿੱਤਾ ਗਿਆ। ਰੋਜ਼ਾਨਾ ਪ੍ਰਸ਼ਾਦਾ ਲੈ ਕਰਕੇ ਮਾਤਾ ਜੀ ਪਿੰਡ ਦੇ ਜਿਹੜੇ ਮੋਹਤਵਾਰ ਲੋਕ ਨੇ ਉਹ ਪਹੁੰਚਦੇ। ਅਖੀਰ ਭਾਈ ਸਾਹਿਬ ਹੁਣਾਂ ਨੂੰ ਜਗਰਾਉਂ ਥਾਣੇ ਤੋਂ ਸੀਏ ਸਟਾਫ ਦੇ ਵਿੱਚ ਲੈ ਗਏ ਤੇ ਉੱਥੇ ਜਾ ਕੇ ਵੀ ਫਿਰ ਇੰਨਾ ਕੁ ਜ਼ਿਆਦਾ, ਇੱਕ ਬੀਬੀ ਦਾ ਜ਼ਿਕਰ ਆਉਂਦਾ ਜੀ, ਉਹ ਅੰਦਰ ਥਾਣੇ ਤੋਂ ਬਾਹਰ ਆਈ, ਉਹਨੇ ਆ ਕਰਕੇ ਮਾਤਾ ਨੂੰ ਦੱਸਿਆ ਕਿ ਭਾਈ ਸਾਹਿਬ ਉਹਨਾਂ ਦੀ ਹਾਲਾਤ ਬੜੀ ਮਾੜੀ ਹੈ। ਇੱਕ ਸਿੰਘ ਰਿਹਾ ਹੋ ਕੇ ਆਇਆ ਸੀ, ਉਹ ਤੋਂ ਪਤਾ ਲੱਗਿਆ ਕਿ ਬਹੁਤ ਬੁਰੀ ਹਾਲਾਤ ਹੈ। ਇੱਕ ਡਾਕਟਰ ਦਾ ਜ਼ਿਕਰ ਆਉਂਦਾ ਹੈ ਜਿਹਨੂੰ ਬੁਲਾਉਂਦੇ ਨੇ ਦਵਾਈ ਦੇਣ ਵਾਸਤੇ, ਉਹ ਟੀਕਾ ਲਾ ਕੇ ਬਾਹਰ ਆ ਜਾਂਦਾ ਹੈ। ਉਹ ਤੋਂ ਕੁਝ ਪਤਾ ਲੱਗਦਾ ਹੈ ਕਿ ਭਾਈ ਸਾਹਿਬ ਉਹਨਾਂ ਦੀ ਹਾਲਾਤ ਬਹੁਤ ਹੀ ਜ਼ਿਆਦਾ ਮਾੜੀ ਹੋ ਚੁੱਕੀ ਹੈ। ਤੇ ਜਿਹੜਾ ਮੈਂ ਜ਼ਿਕਰ ਸ਼ੁਰੂ ਵਿੱਚ ਕੀਤਾ ਸੀ ਦਰਸ਼ਨ ਸਿੰਘ ਹਠੂਰ, ਉਹਨੇ ਵੀ ਇਹ ਜ਼ਿਕਰ ਕੀਤਾ ਹੈ ਕਿ ਇੱਕ ਕਮਰੇ ਦੇ ਵਿੱਚ ਜਦੋਂ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਖੂਨ ਪਿਆ ਹੋਇਆ ਹੈ ਤੇ ਬਹੁਤ ਲੰਬੇ ਕੱਦ ਦਾ ਇੱਕ ਮਨੁੱਖ ਹੈ, ਕਹਿਣ ਲੱਗਾ ਮੈਨੂੰ ਸਮਝਣ ਵਿੱਚ ਦੇਰ ਨਹੀਂ ਲੱਗੀ ਕਿਉਂਕਿ ਸੀਏ ਸਟਾਫ ਦੇ ਵਿੱਚੋਂ ਕੋਈ ਵੀ ਭਾਈ ਸਾਹਿਬ ਜਿੰਨਾ ਜਵਾਨ ਨਹੀਂ ਸੀ। ਪਰ ਦੇਖੋ ਘਟਨਾ 93 ਦੀ, ਇਹ 5 ਸਾਲਾਂ ਬਾਅਦ ਜਾ ਕੇ ਦਰਸ਼ਨ ਸਿੰਘ ਹਠੂਰ ਨੇ ਖੁਲਾਸੇ ਕੀਤੇ ਸੀ। 1 ਜਨਵਰੀ ਨੂੰ ਮਾਤਾ ਨੇ ਸਿੰਘਾਂ ਦੀ ਮਦਦ ਦੇ ਨਾਲ ਕੋਰਟ ਵਿੱਚ ਪਹੁੰਚ ਕੀਤੀ, ਕਿਉਂਕਿ ਉਹਨਾਂ ਨੂੰ ਸ਼ੱਕ ਹੋ ਚੁੱਕਿਆ ਸੀ ਕਿ ਹੁਣ ਜਿਹੜੇ ਕੁਝ ਕੌਮ ਪੁਲਿਸ ਕਰ ਰਹੀ ਹੈ, ਲੱਗਦਾ ਨਹੀਂ ਕਿ ਹੁਣ ਭਾਈ ਸਾਹਿਬ ਹੁਣੀ ਵਾਪਸ ਆਉਣਗੇ। ਪਰ ਇੰਨਾ ਕੁ ਉਹਨਾਂ ਨੇ ਗੁਪਤ ਤਰੀਕੇ ਦੇ ਨਾਲ ਸਭ ਕੁਝ ਕੀਤਾ ਸੀ
ਪਤਾ ਹੀ ਨਹੀਂ ਲੱਗਿਆ ਕਿ ਉਹ ਥਾਣੇ ਦੇ ਵਿੱਚ ਨੇ ਜਾਂ ਸੀਏ ਸਟਾਫ ਦੇ ਵਿੱਚ ਨੇ। 1 ਜਨਵਰੀ ਨੂੰ ਦੱਸਦੇ ਨੇ ਦਰਸ਼ਨ ਸਿੰਘ ਹਠੂਰ ਦੇ ਅਨੁਸਾਰ, ਜੋ ਮੁੱਖ ਗਵਾਹ ਸੀ ਉਸ ਵੇਲੇ, ਕਹਿਣ ਲੱਗੇ ਭਾਈ ਸਾਹਿਬ ਦੀਆਂ ਲੱਤਾਂ ਨੂੰ ਇਸ ਤਰੀਕੇ ਦੇ ਨਾਲ ਵੱਢਿਆ ਗਿਆ ਕਿ ਜਿਵੇਂ ਇੱਕ ਲੱਤ ਦੇ ਉੱਪਰ ਉਹਨਾਂ ਨੇ ਕੋਈ ਭਾਰ ਰੱਖਿਆ ਹੋਵੇ ਤੇ ਦੂਜੀ ਲੱਤ ਨੂੰ 2 ਜਾਣਿਆਂ ਨੇ ਨਿੱਕੇ ਨਿੱਕੇ ਟੋਟੇ ਕੀਤੇ ਹੋਣ। ਤੇ ਫਿਰ ਕਹਿਣ ਲੱਗੇ ਜਿਵੇਂ ਕੁਕੜੀ ਨੂੰ ਜਾਂ ਕੁੱਕੜ ਨੂੰ ਫੜ ਕੇ ਲੱਤਾਂ ਤੋਂ ਪਾੜ ਦਿੱਤਾ ਜਾਂਦਾ ਹੈ, ਕਹਿਣ ਲੱਗੇ ਇਸ ਤਰ੍ਹਾਂ ਦੇ ਤਸ਼ੱਦਦ ਜਿਹੜੇ ਭਾਈ ਸਾਹਿਬ ਦੇ ਉੱਪਰ ਕੀਤੇ ਸੀ। ਤੇ ਫਿਰ ਉਹਨਾਂ ਦੇ ਟੋਟੇ ਟੋਟੇ ਕਰਕੇ ਉਹਨਾਂ ਨੂੰ ਦਰਿਆ ਦੇ ਵਿੱਚ ਰੋੜ ਦਿੱਤਾ ਸੀ। ਸੋ ਗੁਰਸਿੱਖੋ, ਐਡੇ ਵੱਡੇ ਮਹਾਨ ਸਾਡੇ ਜਥੇਦਾਰ ਦੀ ਅੱਜ ਸ਼ਹਾਦਤ ਹੋਈ ਹੋਵੇ ਤੇ ਅਸੀਂ ਕਿਹੜੇ ਮੂੰਹ ਦੇ ਨਾਲ ਇਹ ਮੈਸੇਜ ਭੇਜੀਏ ਕਿ ਅੱਜ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ। ਸਾਡੇ ਲਈ ਕੋਈ ਨਵਾਂ ਸਾਲ ਨਹੀਂ, ਸਾਡੇ ਲਈ ਨਵਾਂ ਸਾਲ ਇੱਕ ਚੇਤ ਨੂੰ ਹੈ, ਉਦੋਂ ਅਸੀਂ ਸਭ ਨੂੰ ਮੁਬਾਰਕਾਂ ਦੇਵਾਂਗੇ। ਪਰ ਅੱਜ ਸਾਡਾ ਕੌਮੀ ਜਰਨੈਲ, ਕੌਮੀ ਸੂਰਮਾ, ਉਹ ਇਸ ਪੁਲਿਸ ਦੀ ਤਸ਼ੱਦਦ ਦਾ ਜਿਹੜਾ ਸ਼ਿਕਾਰ ਹੋਇਆ, ਕੱਲਾ ਇੱਕ ਨਹੀਂ, ਹੋਰ ਵੀ ਪਤਾ ਹੀ ਨਹੀਂ। 35 ਲੱਖ ਲਵਾਰਸ ਲਾਸ਼ਾਂ ਦਾ ਜ਼ਿਕਰ ਜਸਵੰਤ ਸਿੰਘ ਖਾਲੜਾ ਹੋਣਾ ਨੇ ਕੀਤਾ, ਪਰ 35,001 ਉਹਦੇ ਸਣੇ ਹੋ ਚੁੱਕੇ ਸਨ। ਸੋ ਇਹ ਹਮੇਸ਼ਾ ਹੀ ਸਰਕਾਰਾਂ ਜਿਹੜੀਆਂ ਘੱਟ ਗਿਣਤੀਆਂ ਨੂੰ ਖਤਮ ਕਰਨ ਦੀਆਂ ਇਸ਼ਾਰੇ ਦੇ ਨਾਲ ਚੱਲਦੀਆਂ ਨੇ। ਸੋ ਉਸੇ ਇਸ਼ਾਰੇ ਦੇ ਵਿੱਚ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਹੋਣਾ ਨੂੰ ਵੀ ਸ਼ਹੀਦ ਕੀਤਾ ਗਿਆ। ਬਹੁਤ ਹੀ ਕਿਣਕਾ ਮਾਤਰ ਉਹਨਾਂ ਦੇ ਜੀਵਨ ਦੇ ਵਿੱਚੋਂ ਇਹ ਵਿਚਾਰ ਨੇ। ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਉਹਨਾਂ ਮਹਾਂਪੁਰਖਾਂ ਬਾਰੇ ਕੁਝ ਬੋਲਿਆ ਜਾਵੇ। ਬਹੁਤ ਵੱਡੀ ਉਹਨਾਂ ਦੀ ਜੀਵਨੀ ਹੈ। ਪਾਵਨ ਕਥਾ ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ, ਗੁਰੂ ਮਹਾਰਾਜ ਬਖਸ਼ਣਯੋਗ ਹੈ, ਬਖਸ਼ ਦੇਣਾ ਜੀ। ਸਾਡੇ ਪੰਥ ਦੇ ਮਹਾਨ ਵਿਦਵਾਨ ਸਾਡੇ ਢਾਡੀ ਸਿੰਘ, ਸੁਖਪ੍ਰੀਤ ਸਿੰਘ ਹੋਣੀ ਜੀ ਹਾਲ ਵਿੱਚ ਪਹੁੰਚ ਚੁੱਕੇ ਨੇ। ਹੁਣ ਆਪਾਂ ਉਹਨਾਂ ਤੋਂ ਇਹ ਵੀਰਮਈ ਜਿਹੜੀਆਂ ਪ੍ਰਸੰਗ ਵਾਰਾਂ ਜਿਹੜੀਆਂ ਉਹ ਸ਼ਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।